ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਨਵਿਆਂ ਦੀ ਰੁੱਤ ਸਿਆਸਤ ਦੇ ਵਿੱਚ ਕਿਸ ਢੰਗ ਦੇ ਨਾਲ ਆਈ ਹੈ ਤੇ ਉਹਨੂੰ ਕਬੂਲ ਕਿਉਂ ਨਹੀਂ ਕੀਤਾ ਜਾ ਰਿਹਾ। ਗੱਲ ਪੰਜਾਬ ਦੀ ਸਿਆਸਤ ਦੀ, ਜਦੋਂ ਅਸੀਂ ਕਾਂਗਰਸ ਦੇ ਵੱਲ ਦੇਖਦੇ ਹਾਂ, ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਬਹੁਤ ਕੁਝ ਇਹੋ ਜਿਹਾ ਜਿਹੜਾ ਸਮੇਂ ਦੇ ਗਰਭ ਦੇ ਵਿੱਚ ਹੈ, ਪਰ ਚਰਚਾ ਕਰਨੀ ਲਾਜ਼ਮੀ ਹੈ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਚਰਚਾ ਸੋਸ਼ਲ ਮੀਡੀਆ ਤੇ ਜਾਂ ਕਾਂਗਰਸ ਦੇ ਅੰਦਰ ਜਾਂ ਸਿਆਸੀ ਸਭਾ ਦੇ ਅੰਦਰ ਜੋ ਚੱਲ ਰਹੀ ਹੈ ਉਹਦੇ ਉੱਤੇ ਗੱਲਬਾਤ ਕਰਾਂਗੇ। ਆਮ ਆਦਮੀ ਪਾਰਟੀ ਦੀ ਵੀ ਗੱਲ ਕਰਾਂਗੇ ਕਿ ਇੱਕ ਪਾਸੇ ਕਾਂਗਰਸ ਦੇ ਵਿੱਚ ਨੌਜਵਾਨੀ ਦਾ ਜਿਹੜਾ ਇੱਕ ਕਿਹਾ ਜਾਂਦਾ ਹੈ ਕਿ ਦਬਦਬਾ ਆ ਨਵਜੋਤ ਸਿੱਧੂ ਦੇ ਨਾਲ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਉਣਾ ਹੈ ਜਾਂ ਨਹੀਂ ਬਣਾਉਣਾ, ਕੈਪਟਨ ਧਿਰ ਕਿਉਂ ਨਹੀਂ ਮੰਨਦੀ, ਕਾਰਨ ਕੀ ਹੈ, ਇਹਦੇ ਪਿੱਛੇ ਪਾਰਟੀ ਕੀ ਕੁਝ ਸੋਚਦੀ ਹੈ, ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ 'ਚ ਆਮ ਆਦਮੀ ਪਾਰਟੀ ਨੂੰ ਕਿੱਥੇ ਮੁਸ਼ਕਲਾਂ ਆ ਰਹੀਆਂ, ਕੀ ਐਲਾਨਿਆ ਜਾਣਾ ਹੈ ਜਾਂ ਨਹੀਂ ਐਲਾਨਿਆ ਜਾਣਾ, ਸੇਵਾ ਸਿੰਘ ਸੇਖਵਾਂ ਦਾ ਕੇਜਰੀਵਾਲ ਸਾਹਿਬ ਦੇ ਨਾਲ ਮਿਲ ਕੇ ਪਾਰਟੀ ਦੇ ਵਿੱਚ ਸ਼ਾਮਲ ਹੋਣਾ, ਇਹ ਵੀ ਇੱਕ ਵੱਡਾ ਸਵਾਲ ਖੜਾ ਕਰਦਾ ਹੈ। ਦੂਜੇ ਬੰਨੇ ਜਦੋਂ ਅਸੀਂ ਧਿਆਨ ਮਾਰਦੇ ਹਾਂ ਹਰਿਆਣੇ ਦੀ ਸਿਆਸਤ ਦੇ ਵਿੱਚ, ਤਾਂ ਉੱਥੇ ਵੀ ਕਾਂਗਰਸ ਜਿਹੜੀ ਹੈ ਉਹ ਕਾਟੋ ਕਲੇਸ਼ ਵਿੱਚ ਉਲਝੀ ਹੋਈ ਹੈ। ਇੱਕ ਪਾਸੇ ਕੁਮਾਰੀ ਸ਼ੈਲਜਾ ਤੇ ਦੂਜੇ ਬੰਨੇ ਭੁਪਿੰਦਰ ਸਿੰਘ ਹੁੱਡਾ, ਸਾਬਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਹਰਿਆਣਾ ਦੇ ਵਿੱਚ, ਉਹ ਵੀ ਲੰਚ ਡਿਪਲੋਮੈਸੀ ਕਰਦੇ ਨੇ। ਸਾਰੇ ਉੱਤੇ ਗੱਲਬਾਤ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਿਆਸੀ ਮਾਹਰ ਇਸ ਉੱਤੇ ਕੀ ਕਹਿੰਦੇ ਨੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਹਨੇਰੀ ਬੜੀ ਚੱਲੀ ਕਿ ਸ਼ਾਇਦ ਦਿੱਲੀ ਤੱਕ ਜਾ ਕੇ ਕਿਤੇ ਮਾੜੀ ਮੋਟੀ ਥੰਮ ਜੇ, ਪਰ ਦੇਹਰਾਦੂਨ ਦੇ ਵਿੱਚ ਜਾ ਕੇ ਹਰੀਸ਼ ਰਾਵਤ ਨਾਲ ਮੁਲਾਕਾਤ ਤੋਂ ਬਾਅਦ ਥੋੜਾ ਬਹੁਤਾ ਇਹੋ ਜਿਹਾ ਨਜ਼ਰ ਆ ਰਿਹਾ ਕਿ ਮੈਂ ਨਾਲੋਂ ਨਾਲ ਜ਼ਿਕਰ ਕਰਦਾ ਕਿ ਸੁਖਜਿੰਦਰ ਰੰਧਾਵਾ ਹੋਣਾ ਦੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਈ ਕਿ 2022 ਦਾ ਮੁੱਖ ਮੰਤਰੀ ਐਲਾਨਣ ਤੇ ਅਸੀਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਐਲਾਨਣ ਤੇ, ਚਿਹਰਾ ਐਲਾਨਣ ਤੇ। ਇਹਨੂੰ ਕਿੱਦਾਂ ਦੇਖਦੇ ਹੋ? ਕੁਝ ਹੀ ਮਿੰਟਾਂ ਬਾਅਦ ਪੋਸਟ ਡਿਲੀਟ ਹੋ ਜਾਂਦੀ ਹੈ ਤੇ ਉੱਥੇ ਹਰੀਸ਼ ਰਾਵਤ ਹੋਣਾ ਨੇ ਕਹਿੰਦੇ ਥੋੜਾ ਠੰਡੇ ਕਰਕੇ ਭੇਜ ਦਿੱਤਾ ਕਿ ਕੋਈ ਨਹੀਂ, ਅਸੀਂ ਗੱਲ ਕਰਾਂਗੇ ਦਿੱਲੀ ਜਾ ਕੇ। ਸੁਖਵਿੰਦਰ ਜੀ ਦੇਖੋ, ਜੇ ਆਪਾਂ ਕਹੀਏ ਕਿ ਇੱਕਦਮ ਹੀ ਬਦਲਾਅ ਆ ਜਾਂਦੇ ਨੇ, ਉਹ ਕਦੇ ਵੀ ਨਹੀਂ ਹੁੰਦਾ ਕਿ ਇੱਕ ਵਾਰੀ ਕੋਈ ਧੜਾ ਜਿਹੜਾ ਹੈਗਾ ਹਰੀਸ਼ ਰਾਵਤ ਨੂੰ ਮਿਲਿਆ ਜਾਂ ਹਾਈ ਕਮਾਂਡ ਨੂੰ ਮਿਲਿਆ, ਸੋਨੀਆ ਜੀ ਨੂੰ ਮਿਲਿਆ ਜਾਂ ਰਾਹੁਲ ਜੀ ਨੂੰ ਮਿਲਿਆ ਤੇ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਦੀ ਸੁਣੀ ਔਰ ਮਸਲਾ ਹੱਲ ਹੋ ਗਿਆ। ਇਹ ਕਦੇ ਵੀ ਨਹੀਂ ਹੋਏਗਾ। ਇਹ ਹੌਲੀ ਹੌਲੀ ਸਿਆਸਤ ਦੇ ਵਿੱਚ ਕੀ ਹੁੰਦਾ ਹੈ, ਇੱਕ ਇਹ ਸਿੰਬੋਲਿਕ ਚੀਜ਼ਾਂ ਹੁੰਦੀਆਂ ਨੇ, ਚਿੰਨ੍ਹਾਤਮਕ ਚੀਜ਼ਾਂ ਹੁੰਦੀਆਂ ਨੇ। ਮੰਨ ਲਓ ਅੱਜ ਜਿਹੜਾ ਹੈਗਾ ਇਹ ਧੜਾ ਮਿਲ ਰਿਹਾ ਹੈ, ਇਹਦਾ ਮਤਲਬ ਹੈ ਕਿ ਇਹਦਾ ਅਸਰ ਤੁਸੀਂ ਦੇਖੋਗੇ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਦਿਖਾਈ ਦੇਵੇਗਾ। ਉਹਦਾ ਵੱਡਾ ਕਾਰਨ ਇਹੀ ਹੈ ਕਿ ਇਸ ਵੇਲੇ ਜਿਹੜੀ ਪਿਛਲੀ ਧੜੇਬੰਦੀ ਸੀਗੀ ਉਹ ਅੱਜ ਨਜ਼ਰ ਆ ਰਹੀ ਹੈ। ਅੱਜ ਵਾਲੀ ਜਿਹੜੀ ਗੱਲਬਾਤ ਹੈ ਉਹ ਅਗਲੇ ਦਿਨਾਂ ਦੇ ਅਸਰ ਜਿਹੜਾ ਹੈਗਾ ਉਹਦਾ ਤੁਹਾਨੂੰ ਨਜ਼ਰ ਆਏਗਾ। ਸੋ ਇਸ ਕਰਕੇ ਜੇਕਰ ਅੱਜ ਉਹ ਹਰੀਸ਼ ਰਾਵਤ ਜੀ ਨੂੰ ਮਿਲੇ ਨੇ, ਇਹਦਾ ਮਤਲਬ ਇਹੀ ਹੈ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਜਿਹੜਾ ਇੱਕ ਸ਼ਾਂਤੀ ਨਜ਼ਰ ਆ ਰਹੀ ਸੀਗੀ ਤੂਫਾਨ ਤੋਂ ਪਹਿਲਾਂ ਵਾਲੀ, ਉਹ ਸ਼ਾਂਤੀ ਦਾ ਜਿਹੜਾ ਹੈਗਾ ਇੱਕ ਪੜਾਕਾ ਪੈ ਚੁੱਕਿਆ ਹੈ। ਕੱਲ ਤੁਸੀਂ ਦੇਖਿਆ ਹੋਵੇਗਾ ਕਿ ਲਗਾਤਾਰ ਇੱਕ ਤੋਂ ਬਾਅਦ ਦੂਜਾ ਮੰਤਰੀ, ਫਿਰ ਤੀਜਾ ਮੰਤਰੀ, ਫਿਰ ਵਿਧਾਇਕ, ਲਗਾਤਾਰ ਉਹਨਾਂ ਨੇ ਮੀਟਿੰਗਾਂ ਕੀਤੀਆਂ ਔਰ ਜਿਸ ਕਿਸਮ ਦੇ ਇਲਜ਼ਾਮਬਾਜ਼ੀ ਉਹਨਾਂ ਨੇ ਕੈਪਟਨ ਸਾਹਿਬ ਤੇ ਲਾਈ, ਔਰ ਉਹਨਾਂ ਨੇ ਤਾਂ ਸਾਫ਼ ਜ਼ਾਹਿਰ ਕਰਤਾ ਸੀਗਾ ਕਿ ਸਾਨੂੰ ਤਾਂ ਕੈਪਟਨ ਸਾਹਿਬ ਚਾਹੀਦੇ ਨਹੀਂ ਹੈਗੇ। ਸੋ ਇਸ ਕਰਕੇ ਇੱਥੋਂ ਇਹੀ ਲੱਗਦਾ ਸੀਗਾ ਕਿ ਸ਼ਾਇਦ ਕੁਝ ਨਾ ਕੁਝ ਕਰਕੇ ਮੁੜਨਗੇ ਔਰ ਕੁਝ ਨਾ ਕੁਝ ਲੈ ਕੇ ਆਉਣਗੇ, ਪਰ ਫਿਲਹਾਲ ਉਹਨਾਂ ਨੂੰ ਇਦਾਂ ਦੀ ਕੋਈ ਹੱਥ ਲੱਗਦਾ ਨਜ਼ਰ ਨਹੀਂ ਆ ਰਿਹਾ। ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਕਾਂਗਰਸ ਦੇ ਵਿੱਚ ਦੁਬਾਰਾ ਸਭ ਠੀਕ ਠਾਕ ਹੋ ਜਾਏਗਾ। ਇਹ ਜਿਹੜੀ ਹੈਗੀ ਹੈ ਧੜੇਬੰਦੀ ਹੋਰ ਜ਼ਿਆਦਾ ਵਧੇਗੀ, ਹੋਰ ਕਾਟੋ ਕਲੇਸ਼ ਵਧੇਗਾ ਤੇ ਆਉਣ ਵਾਲੀਆਂ ਚੋਣਾਂ ਤੱਕ ਤੁਸੀਂ ਦੇਖੋਗੇ ਕਿ ਕਾਫੀ ਜਿਹੜੀਆਂ ਹੈਗੇ ਨੇ ਧੜੇਬੰਦੀਆਂ ਤੁਹਾਨੂੰ ਕਾਂਗਰਸ ਦੇ ਵਿੱਚ ਨਜ਼ਰ ਆਉਣਗੀਆਂ ਔਰ ਉਹਦੀ ਸ਼ੁਰੂਆਤ ਕੱਲ ਹੋ ਚੁੱਕੀ ਹੈ ਤੇ ਹੁਣ ਨਤੀਜਾ ਜੀ ਜੀ ਤੁਸੀਂ ਆਪਣੀ ਗੱਲ ਜਾਰੀ ਰੱਖਿਓ। ਮੈਂ ਇੱਥੇ ਜੋੜਨ ਲੱਗਿਆ ਸੀ ਕਿ ਇਹਦੇ ਵਿਚਾਲੇ ਹਾਈ ਕਮਾਂਡ ਵੀ ਸੋਚਦਾ ਹੋਣਾ ਕਿ ਸਿੱਧੂ ਨੂੰ ਪ੍ਰਧਾਨ ਬਣਾ ਕੇ ਫਾਇਦਾ ਕੀ ਹੋਇਆ। ਪੰਜਾਬ ਦਾ ਕਾਟੋ ਕਲੇਸ਼ ਤਾਂ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਮੰਤਰੀ ਜਿਹੜੇ ਨੇ, ਜਿਹੜੇ ਇੱਥੋਂ ਪੰਜਾਬ ਤੋਂ ਕਹਿ ਕੇ ਗਏ ਸੀ ਚੰਡੀਗੜ੍ਹ ਤੋਂ ਕਿ ਅਸੀਂ ਮੁੱਖ ਮੰਤਰੀ ਨੂੰ ਬਦਲਣ ਦੀ ਗੱਲ ਕਹਿ ਰਹੇ ਹਾਂ, ਅਸੀਂ ਕਹਿੰਦੇ ਹਾਂ ਕਿ ਨਵਾਂ ਮੁੱਖ ਮੰਤਰੀ ਲਾਓ, ਨਵਾਂ ਚਿਹਰਾ ਲੈ ਕੇ ਆਓ, ਉਹ ਉੱਥੇ ਜਾ ਕੇ ਵੀ ਦੇਹਰਾਦੂਨ 'ਚ ਜਾ ਕੇ ਵੀ ਕਹਿੰਦੇ ਸੀ, ਕਹਿੰਦੇ ਅਸੀਂ ਆਪਣੇ ਸਟੈਂਡ ਤੇ ਕਾਇਮ ਆ, ਮੁੱਖ ਮੰਤਰੀ ਬਦਲਿਆ ਜਾਣਾ ਚਾਹੀਦਾ ਹੈ। ਪਰ ਹਾਈ ਕਮਾਂਡ ਜਿਵੇਂ ਹਰੀਸ਼ ਰਾਵਤ ਹੋਣੀ ਨੇ, ਉਹ ਪੰਜਾਬ ਕਾਂਗਰਸ ਦੇ ਇੰਚਾਰਜ ਵੀ ਨੇ, ਉਹ ਤਾਂ ਇਹ ਗੱਲ ਕਹਿੰਦੇ ਨੇ ਕਿ ਚੋਣਾਂ ਜਿਹੜੀਆਂ ਉਹ ਕੈਪਟਨ ਸਾਹਿਬ ਦੀ ਅਗਵਾਈ ਦੇ ਵਿੱਚ ਹੀ ਲੜਾਂਗੇ।
ਨਵਜੋਤ ਸਿੱਧੂ ਦੇ ਧੜੇ ਨੂੰ ਲੈ ਕੇ ਜਿਵੇਂ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਜੋ ਕੁਝ ਸਾਰਾ ਕੁਝ ਹੋ ਰਿਹਾ ਇਹਦੇ ਪਿੱਛੇ ਨਵਜੋਤ ਸਿੰਘ ਸਿੱਧੂ ਹੈ, ਸਿੱਧਾ ਇਸ਼ਾਰਾ ਇੱਕ ਪਾਸੇ ਕੈਪਟਨ ਧੜਾ ਤੇ ਦੂਜੇ ਪਾਸੇ ਨਵਜੋਤ ਸਿੱਧੂ ਦਾ ਧੜਾ, ਬਸ ਇੱਥੇ ਜੰਗ ਇੱਥੇ ਤੱਕ ਹੀ ਮੁੱਕ ਜਾਂਦੀ ਹੈ। ਅੱਗੇ ਕੋਈ ਨਵੀਂ ਗੱਲ ਨਵੀਂ ਡਿਵੈਲਪਮੈਂਟ ਜਿਹੜੀ ਹੈ ਜਿਹਦੇ ਨਾਲ ਪੰਜਾਬ ਨੂੰ ਕੋਈ ਸੁੱਖ ਦਾ ਸਾਹ ਆਵੇ ਉਹ ਨਜ਼ਰ ਤਾਂ ਆਉਂਦੀ ਨਹੀਂ ਇਹਨਾਂ 'ਚ। ਦੇਖੋ ਸੁਖਵਿੰਦਰ ਜੀ, ਜਿੱਥੋਂ ਤੱਕ ਹਰੀਸ਼ ਰਾਵਤ ਜੀ ਦਾ ਸੰਬੰਧ ਹੈ, ਉਹ ਲਗਾਤਾਰ ਜੋ ਤੁਸੀਂ ਉਹਨਾਂ ਦੀਆਂ ਪਿਛਲੀਆਂ ਕਮੈਂਟਸ ਉਹਨਾਂ ਦੇ ਕੱਢ ਲਓ, ਪਿਛਲੀਆਂ ਗੱਲਾਂ ਬਾਤਾਂ ਕੱਢ ਲਓ, ਉਹਨਾਂ ਨੇ ਹਮੇਸ਼ਾ ਡੱਕਾ ਕਿਹਦੇ ਵੱਲ, ਕੈਪਟਨ ਸਾਹਿਬ ਵੱਲ ਸੁੱਟਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਪੁਰਾਣੇ ਲੀਡਰ ਨੇ। ਔਰ ਤੁਸੀਂ ਵੀ ਗੱਲ ਕਹੀ ਸੀ ਕਿ ਹੁਣ ਰੁੱਤ ਨਵਿਆਂ ਦੀ ਆਈ ਹੋਈ ਹੈ ਕਿ ਜੇ ਤਾਂ ਤੁਹਾਨੂੰ ਨਵੀਂ ਲੀਡਰਸ਼ਿਪ ਹੈ ਉਹਨੂੰ ਤੁਹਾਨੂੰ ਐਕਸੈਪਟ ਕਰਨਾ ਪਏਗਾ। ਔਰ ਜੇਕਰ ਆਪਾਂ ਅੱਜ ਦੇ ਹਾਲਾਤ ਪੰਜਾਬ ਦੇ ਵੇਖਦੇ ਹਾਂ ਤਾਂ ਲਾਜ਼ਮੀ ਤੌਰ ਤੇ ਕੈਪਟਨ ਸਾਹਿਬ ਦੀ ਜੋ ਛਵੀ 17 ਦੇ ਵਿੱਚ ਸੀ ਜਾਂ ਉਸ ਤੋਂ ਪਹਿਲਾਂ ਸੀਗੀ ਜਾਂ 19 ਤੱਕ ਰਹੀ ਹੈ, ਉਹ ਛਵੀ ਤੁਹਾਨੂੰ ਅੱਜ ਪੰਜਾਬ ਦੇ ਵਿੱਚ ਨਜ਼ਰ ਨਹੀਂ ਆਏਗੀ। ਬਿਲਕੁਲ ਉਲਟ ਤਸਵੀਰ ਉਹਦੀ ਨਜ਼ਰ ਆਏਗੀ। ਔਰ ਉਹਦਾ ਕਾਰਨ ਇਹ ਹੈ ਕਿ 4.5 ਸਾਲ ਤੋਂ, ਜਿਵੇਂ ਕੱਲ ਵੱਖ-ਵੱਖ ਮੰਤਰੀ ਸਾਹਿਬਾਨ ਨੇ ਕਿਹਾ ਸੀਗਾ ਕਿ 4.5 ਸਾਲ ਤੋਂ ਕੈਪਟਨ ਸਾਹਿਬ ਤਾਂ ਪੰਜਾਬ 'ਚ ਬੜੇ ਨਹੀਂ ਹੈਗੇ ਔਰ ਕੋਈ ਕੰਮ ਨਜ਼ਰ ਨਹੀਂ ਆ ਰਿਹਾ, ਕੋਈ ਵਾਅਦਾ ਜਿਹੜੇ ਵੱਡੇ ਉਹਨਾਂ ਨੇ ਕੀਤੇ ਸੀਗੇ ਵਾਅਦੇ ਉਹ ਤੁਹਾਡੇ ਪੂਰੇ ਨਹੀਂ ਹੋ ਰਹੇ, ਤਾਂ ਉਹ ਕੀ ਮੂੰਹ ਲੈ ਕੇ ਪੰਜਾਬ ਦੇ ਵਿੱਚ ਦੁਬਾਰਾ 22 ਦੇ ਵਿੱਚ ਜਾਣਗੇ। ਸੋ ਇਸ ਤਰ੍ਹਾਂ ਦੇ ਜਿਹੜੇ ਚੈਲੰਜਸ ਨੇ ਇਸ ਵੇਲੇ ਕਾਂਗਰਸ ਦੇ, ਉਹਨਾਂ ਨੇ ਕੱਲ ਜ਼ਾਹਿਰ ਕੀਤੇ ਸੀਗੇ। ਪਰ ਤੁਸੀਂ ਦੇਖੋਗੇ ਕਿ ਜੇਕਰ ਇੱਥੋਂ ਬਾਅਦ ਜਿਹੜੀ ਅਗਲੀ ਗੱਲ ਹੋਏਗੀ ਉਹ ਹਾਈ ਕਮਾਂਡ ਤੱਕ ਜਾਏਗੀ। ਹਾਈ ਕਮਾਂਡ ਦੇ ਵਿੱਚ ਤੁਸੀਂ ਦੇਖੋਗੇ ਖਾਸ ਤੌਰ ਤੇ ਰਾਹੁਲ ਜੀ ਤੱਕ ਜਦੋਂ ਇਹ ਗੱਲ ਪਹੁੰਚੇਗੀ ਤਾਂ ਲਾਜ਼ਮੀ ਤੌਰ ਤੇ ਰਾਹੁਲ ਜੀ ਨੇ ਹਮੇਸ਼ਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲ ਜਿਹੜਾ ਹੈਗਾ ਕੋਸ਼ਿਸ਼ ਕੀਤੀ ਆ ਕਿ ਉਹਨਾਂ ਨੂੰ ਅੱਗੇ ਲਿਜਾਇਆ ਜਾਏ। ਉਹਨਾਂ ਦੀ ਬਦੌਲਤ ਹੀ ਤੁਸੀਂ ਦੇਖਿਆ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨਗੀ ਉਹਨਾਂ ਨੂੰ ਮਿਲੀ ਸੀਗੀ। ਔਰ ਉਹੀ ਚਾਹੁੰਦੇ ਨੇ ਕਿ 22 ਦੇ ਵਿੱਚ ਜਿਹੜੇ ਚਿਹਰੇ ਹੋਣਗੇ ਉਹ ਨਵੇਂ ਆਉਣਗੇ। ਔਰ ਨਵਜੋਤ ਸਿੰਘ ਸਿੱਧੂ ਨੇ ਉਸੇ ਗੱਲ ਕਰਕੇ ਬਾਰ-ਬਾਰ ਇਹ ਗੱਲ ਕਹੀ ਸੀਗੀ ਕਿ ਮੈਂ ਜਿਹੜੀਆਂ ਟਿਕਟਾਂ ਦਵਾਵਾਂਗਾ ਉਹ ਨੌਜਵਾਨਾਂ ਨੂੰ ਦਵਾਵਾਂਗਾ, ਨਵੇਂ ਚਿਹਰਿਆਂ ਨੂੰ ਲੈ ਕੇ ਅੱਗੇ ਲੈ ਕੇ ਆਵਾਂਗਾ। ਸੋ ਉਸ ਚੀਜ਼ ਤੋਂ ਤੁਸੀਂ ਦੇਖਿਆ ਹੋਏਗਾ ਕਿ ਲਗਾਤਾਰ ਜਿਹੜੇ ਪੁਰਾਣੇ ਬੰਦੇ ਨੇ, ਖਾਸ ਤੌਰ ਤੇ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਪੰਜਾਬ ਦੀ ਕਾਂਗਰਸ ਦੀ, ਉਹਨਾਂ ਦੇ ਵਿੱਚ ਹਲਚਲ ਜਿਹੜੀ ਹੈਗੀ ਹੈ ਪੈਦਾ ਹੋ ਜਾਂਦੀ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੀਆਂ ਟਿਕਟਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੱਟੀਆਂ ਜਾ ਸਕਦੀਆਂ ਨੇ। ਸੋ ਤੋਂ ਹੀ ਲੱਗਦਾ ਹੈ ਕਿ ਜੇਕਰ ਅਗਲੇ ਦਿਨਾਂ ਦੇ ਵਿੱਚ ਇਹ ਗੱਲਬਾਤ ਜਿਹੜੀ ਹੈਗੀ ਹੈ ਰਾਹੁਲ ਜੀ ਤੱਕ ਪਹੁੰਚਦੀ ਹੈ, ਇਹ ਸ਼ਿਕਾਇਤਾਂ ਰਾਹੁਲ ਜੀ ਤੱਕ ਜਾਂਦੀਆਂ ਨੇ, ਤਾਂ ਲਾਜ਼ਮੀ ਤੌਰ ਤੇ ਉਹਦੇ ਵਿੱਚ ਰਾਹੁਲ ਜੀ ਜਿਹੜੇ ਨੇ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਹੱਕ ਦੇ ਵਿੱਚ ਫੈਸਲਾ ਲੈ ਸਕਦੇ ਨੇ, ਉਹਨਾਂ ਦੇ ਧੜੇ ਦੇ ਹੱਕ 'ਚ ਫੈਸਲਾ ਲੈ ਸਕਦੇ ਨੇ। ਜੀ ਸੁਖਵਿੰਦਰ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਜੀ ਡਾਕਟਰ ਸਾਹਿਬ, ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜਦੋਂ ਰਾਹੁਲ ਗਾਂਧੀ ਹੋਣੀ ਸਿੱਧੂ ਦੇ ਹੱਕ 'ਚ, ਪ੍ਰਿਯੰਕਾ ਗਾਂਧੀ ਸਿੱਧੂ ਦੇ ਹੱਕ ਦੇ ਵਿੱਚ ਨੇ, ਤਾਂ ਜਿਹੜੀ ਨੀਚੇਲੀ ਲੀਡਰਸ਼ਿਪ ਹੈ ਉਹ ਕਿਉਂ ਨਹੀਂ ਸਾਈਡ ਤੇ ਹੋਣਾ ਚਾਹੁੰਦੀ? ਭਾਵ ਕਿ ਜਿਹੜੀ ਸੂਬਿਆਂ ਦੇ ਵਿੱਚ ਇਹਨਾਂ ਦੀ ਲੀਡਰਸ਼ਿਪ ਹੈ, ਜਿਵੇਂ ਕੈਪਟਨ ਸਾਹਿਬ ਹੋ ਗਏ, ਕੀ ਇਸ ਗੱਲ ਦਾ ਡਰ ਹੈ ਕਿ ਜਿਨ੍ਹਾਂ ਸੂਬਿਆਂ ਦੇ ਵਿੱਚ ਜਿੱਥੇ ਕਾਂਗਰਸ ਦੀ ਸਰਕਾਰ ਹੈ, ਜਿੱਥੇ ਜਾਂ ਫਿਰ ਕਹਿ ਲਓ ਕਿ ਦਿੱਗਜ ਲੀਡਰਾਂ ਦਾ, ਪੁਰਾਣੇ ਲੀਡਰਾਂ ਦਾ, ਜਿਹੜੇ ਕੈਪਟਨ ਸਾਹਿਬ ਦੇ ਹਮਖਿਆਲੀ ਜਾਂ ਉਹਨਾਂ ਦੇ ਸਾਥੀ ਨੇ, ਉਹਨਾਂ ਦਾ ਦਬਦਬਾ, ਜਿਵੇਂ ਹਰਿਆਣੇ ਦੀ ਮੈਂ ਗੱਲ ਕੀਤੀ ਸੀ, ਉਧਰ ਭੁਪਿੰਦਰ ਹੁੱਡਾ, ਉਹਨਾਂ ਦਾ ਦਬਦਬਾ ਕੁਮਾਰੀ ਸ਼ੈਲਜਾ ਨੂੰ ਨਹੀਂ ਆਉਣ ਦਿੰਦੇ ਅੱਗੇ। ਇਸੇ ਕਰਕੇ ਇਧਰ ਪੰਜਾਬ ਦੇ ਵਿੱਚ ਵੀ ਆਖਰਕਾਰ ਇਹਨਾਂ ਨੂੰ ਨੌਜਵਾਨ ਲੀਡਰਸ਼ਿਪ ਤੋਂ ਡਰ ਕੀ ਹੈ ਕਾਂਗਰਸ ਦੇ ਵਿੱਚ? ਕਪਿਲ ਸਿੱਬਲ ਨੇ ਵੀ ਕਿਹਾ ਕਿ ਕਹਿੰਦੇ ਪਤਾ ਨਹੀਂ ਕਿਉਂ ਹਾਈ ਕਮਾਂਡ ਅੱਖਾਂ ਬੰਦ ਕਰਕੇ ਬੈਠੀ ਹੈ, ਸਾਰਾ ਕੁਝ ਸਾਹਮਣੇ ਹੋ ਰਿਹਾ, ਜੋ ਕੁਝ ਹੋ ਰਿਹਾ ਉਹ ਪੱਛਮੀ ਬੰਗਾਲ ਦੇ ਵਿੱਚ ਜੋ ਕੁਝ ਹੋਇਆ, ਤ੍ਰਿਣਮੂਲ ਕਾਂਗਰਸ ਦੇ ਵਿੱਚ ਕਾਂਗਰਸ ਦੀ ਇੱਕ ਲੀਡਰ ਨੇ ਜਾ ਕੇ ਉਹਨਾਂ ਦਾ ਪੱਲਾ ਫੜ ਲਿਆ, ਸਾਰਾ ਕੁਝ ਸਾਹਮਣੇ ਵਾਪਰ ਰਿਹਾ, ਫਿਰ ਵੀ ਹਾਈ ਕਮਾਂਡ ਸੁਣਨ ਨੂੰ ਤਿਆਰ ਨਹੀਂ ਜਾਂ ਸਮਝਣ ਨੂੰ ਤਿਆਰ ਨਹੀਂ ਕਿ ਜ਼ਮੀਨੀ ਸਿਆਸਤ ਕੀ ਕਹਿੰਦੀ ਹੈ। ਸੁਖਵਿੰਦਰ ਜੀ, ਇਹ ਜਿਹੜੀ ਦਿੱਕਤ ਹੈ ਕੱਲੇ ਪੰਜਾਬ ਦੇ ਵਿੱਚ ਜਾਂ ਜਿਵੇਂ ਤੁਸੀਂ ਕੁਝ ਸਟੇਟਾਂ ਦੀ ਗੱਲ ਨਹੀਂ ਹੈ, ਇਸ ਵੇਲੇ ਸਮੁੱਚੇ ਤੌਰ ਤੇ ਪੂਰੇ ਹਿੰਦੁਸਤਾਨ ਦੀ ਜਿਹੜੀ ਵੱਖ-ਵੱਖ ਸਟੇਟਾਂ ਦੇ ਵਿੱਚ ਕਾਂਗਰਸ ਦੀ ਪੋਲਿਟਿਕਸ ਹੈ, ਉਹਦੇ ਵਿੱਚ ਬਹੁਤ ਵੱਡੇ ਸੰਕਟ ਨੇ। ਉਹਦਾ ਵੱਡਾ ਕਾਰਨ ਇਹੀ ਹੈ ਕਿ ਇੱਕ ਤਾਂ ਜਿਹੜੀ ਨੈਸ਼ਨਲ ਲੈਵਲ ਦੀ ਇਹਨਾਂ ਦੀ ਲੀਡਰਸ਼ਿਪ ਹੈ ਉਹਦੇ ਵਿੱਚ ਬਹੁਤ ਵੱਡੀਆਂ ਧੜੇਬੰਦੀਆਂ ਨੇ। ਖਾਸ ਤੌਰ ਤੇ ਤੁਸੀਂ ਸੁਣਿਆ ਹੋਏਗਾ ਕਿ G23 ਇੱਕ ਗਰੁੱਪ ਜਿਹੜਾ ਹੈਗਾ, ਉਹ ਜਿਹੜੇ ਪੁਰਾਣੇ ਖੁੰਡ ਨੇ, ਜਿਹੜੇ ਆਪਣੇ ਆਪ ਨੂੰ ਟਕਸਾਲੀ ਕਾਂਗਰਸੀ ਕਹਾਉਂਦੇ ਨੇ, ਇੱਕ ਉਹਨਾਂ ਦਾ ਗਰੁੱਪ ਹੈ। ਇੱਕ ਪਾਸੇ ਸੋਨੀਆ ਜੀ ਦਾ ਆਪਣਾ ਗਰੁੱਪ ਹੈ ਔਰ ਦੂਜੇ ਪਾਸੇ ਜਿਹੜੀ ਨਵੀਂ ਨੌਜਵਾਨਾਂ ਦੀ ਜਿਹੜੀ ਲੀਡਰਸ਼ਿਪ ਹੈ ਕਾਂਗਰਸ ਦੇ ਵਿੱਚ, ਜਿਹਦੀ ਨੁਮਾਇੰਦਗੀ ਰਾਹੁਲ ਜੀ ਔਰ ਪ੍ਰਿਯੰਕਾ ਜੀ ਕਰਦੇ ਆ, ਇੱਕ ਪਾਸੇ ਉਹਨਾਂ ਦਾ ਗਰੁੱਪ ਹੈ। ਸੋ ਕਈ ਧੜਿਆਂ ਦੇ ਵਿੱਚ ਵੰਡੀ ਹੋਣ ਕਰਕੇ ਇਹ ਫੈਸਲੇ ਸਹੀ ਤਰੀਕੇ ਨਾਲ ਨਹੀਂ ਲੈ ਪਾ ਰਹੀ। ਉਹਦਾ ਨਤੀਜਾ ਕੀ ਨਿਕਲ ਰਿਹਾ ਕਿ ਵੱਖ-ਵੱਖ ਸਟੇਟਾਂ ਦੇ ਵਿੱਚ ਜਿੱਥੇ ਇਹਨਾਂ ਦੀ ਆਪਣੀਆਂ ਸਰਕਾਰਾਂ ਵੀ ਨੇ, ਆਪਾਂ ਰਾਜਸਥਾਨ ਦੀ ਮੰਨ ਲਓ ਗੱਲ ਕਰਦੇ ਹਾਂ, ਰਾਜਸਥਾਨ ਦੇ ਵਿੱਚ ਹਾਲਾਂਕਿ ਕਾਂਗਰਸ ਦੀ ਸਰਕਾਰ ਹੈ ਪਰ ਬੁਰੀ ਤਰ੍ਹਾਂ ਜਿਹੜੀ ਹੈਗੀ ਆ ਉਹ ਗਹਿਲੋਤ ਔਰ ਪਾਇਲਟ ਦੇ ਵਿੱਚ ਵੱਖ-ਵੱਖ ਧੜਿਆਂ ਦੇ ਵਿੱਚ ਵੰਡੀ ਹੋਈ ਹੈ।
ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ 5 ਸਟੇਟਾਂ ਦੇ ਵਿੱਚ ਜਦੋਂ ਇਲੈਕਸ਼ਨ ਚੱਲ ਰਹੀ ਸੀਗੀ ਤਾਂ ਕਿਸੇ ਵੀ ਸਟੇਟ ਦੇ ਵਿੱਚ ਕਾਂਗਰਸ ਜਿਹੜੀ ਹੈਗੀ ਹੈ ਜਿੱਤਦੀ ਹਾਰੀ ਹੈ। ਸੋ ਉਹਦਾ ਕਾਰਨ ਕੀ ਸੀਗਾ? ਇਹ ਧੜੇਬੰਦੀ। ਕਿਉਂਕਿ ਜਿਹੜੇ ਇਸ ਵੇਲੇ ਸਮਾਂ ਕੀ ਮੰਗ ਕਰ ਰਿਹਾ ਹੈ? ਇਸ ਵੇਲੇ ਸਮਾਂ ਇਹ ਮੰਗ ਕਰ ਰਿਹਾ ਹੈ ਕਿ ਪੁਰਾਣੀ ਲੀਡਰਸ਼ਿਪ ਤੋਂ ਲੋਕ ਇਸ ਵੇਲੇ ਖਹਿੜਾ ਛੁਡਾਉਣਾ ਚਾਹੁੰਦੇ ਨੇ ਔਰ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਚਾਹੁੰਦੇ ਨੇ। ਚਾਹੇ ਤੁਸੀਂ ਪੰਜਾਬ ਦੀ ਗੱਲ ਕਰ ਲਓ, ਹਰਿਆਣੇ ਦੀ ਗੱਲ ਕਰ ਲਓ, ਰਾਜਸਥਾਨ ਦੀ ਗੱਲ ਕਰ ਲਓ, ਔਰ ਜਿਹੜੀਆਂ 5 ਸਟੇਟਾਂ ਦੇ ਵਿੱਚ ਹਾਰੀ ਹੈ ਕਾਂਗਰਸ, ਚਾਹੇ ਉਹ ਆਸਾਮ ਹੋਇਆ, ਚਾਹੇ ਉਹ ਬੰਗਾਲ ਹੈ, ਜਾਂ ਹੋਰ ਜਿਹੜੀ ਕੇਰਲਾ ਤੱਕ ਜਿਹੜੀ ਹੈਗੀ ਹੈ, ਜਿੱਥੇ ਕਿਸੇ ਵੇਲੇ ਕਾਂਗਰਸ ਦੀ ਸੱਤਾ ਰਹੀ ਹੈ ਇਹਨਾਂ ਸਟੇਟਾਂ ਦੇ ਵਿੱਚ, ਉੱਥੇ ਇਹ ਇਸ ਲਈ ਹਾਰ ਰਹੀ ਹੈ ਕਿਉਂਕਿ ਸਮੇਂ ਸਿਰ ਡਿਸੀਜਨ ਨਹੀਂ ਲੈ ਪਾ ਰਹੀ। ਔਰ ਇਹਦਾ ਕਾਰਨ ਇਹੀ ਹੈ ਕਿ ਨੌਜਵਾਨਾਂ ਨੂੰ ਉਹ ਅੱਗੇ ਨਹੀਂ ਆਉਣ ਦੇ, ਜਿਹੜੇ ਪੁਰਾਣੀ ਲੀਡਰਸ਼ਿਪ ਹੈ ਉਹ ਨਹੀਂ ਆਉਣ ਦੇ ਰਹੀ। ਤੁਸੀਂ ਹਰੀਸ਼ ਰਾਵਤ ਜੀ ਦਾ ਬਿਆਨ ਸੁਣਿਆ ਹੋਏਗਾ, ਉਹ ਕੀ ਕਹਿ ਰਹੇ ਨੇ ਕਿ ਬਾਕੀ ਅਸੀਂ ਸਿੱਧੂ ਸਾਹਿਬ ਨੂੰ ਅੱਗੇ ਨਹੀਂ ਲਿਆਉਣਾ ਚਾਹੁੰਦੇ, ਅਸੀਂ ਕਿਹਨੂੰ ਲਿਆਉਣਾ ਚਾਹੁੰਦੇ ਹਾਂ? ਅਸੀਂ ਕੈਪਟਨ ਸਾਹਿਬ ਨੂੰ ਹੀ ਬਾਈ ਦਾ ਚਿਹਰਾ ਬਣਾਉਣਾ ਚਾਹੁੰਦੇ ਹਾਂ। ਇੱਥੋਂ ਕੀ ਤੁਹਾਨੂੰ ਸਪਸ਼ਟ ਹੋ ਰਿਹਾ? ਇਹਦਾ ਮਤਲਬ ਇਹੀ ਹੈ ਕਿ ਪੁਰਾਣੀਆਂ ਚੀਜ਼ਾਂ ਨੂੰ ਉਹ ਅਜੇ ਤੱਕ ਜਿਹੜਾ ਹੈਗਾ ਬਦਲਣਾ ਨਹੀਂ ਚਾਹੁੰਦੇ। ਲੋਕ ਇਸ ਵੇਲੇ ਜਾਂ ਹਿੰਦੁਸਤਾਨ ਜਾਂ ਪੰਜਾਬ ਜਾਂ ਵੱਖ-ਵੱਖ ਸਟੇਟਾਂ ਕੀ ਮੰਗ ਕਰ ਰਹੀਆਂ ਨੇ ਕਿ ਭਾਈ ਤੁਸੀਂ ਨਵੇਂ ਚਿਹਰੇ ਅੱਗੇ ਲੈ ਕੇ ਆਓ। ਜੇ ਤੁਸੀਂ ਅਗਲੇ ਦਿਨਾਂ ਦੇ ਵਿੱਚ 24 ਦੇ ਵਿੱਚ ਜਿੱਤਣਾ ਹੈ, ਜਾਂ ਅਗਲੀਆਂ ਹੁਣ ਜਿਹੜੀਆਂ 5 ਸਟੇਟਾਂ ਹੋਣਗੀਆਂ, ਜੇਕਰ ਮੰਨ ਲਓ ਯੂਪੀ ਦੀ ਗੱਲ ਕਰਦੇ ਆ, ਯੂਪੀ ਦੇ ਵਿੱਚ ਤੁਸੀਂ ਦੇਖੋਗੇ ਕਿ ਉਹਨਾਂ ਦੇ ਵੱਡੇ ਲੀਡਰ ਬੀਜੇਪੀ 'ਚ ਸ਼ਾਮਲ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ। ਹੁਣ ਜੇਕਰ ਪ੍ਰਿੰਕਾ ਜੀ ਯੂਪੀ ਦੇ ਵਿੱਚ ਖੁਦ ਜਾ ਕੇ ਚਿਹਰਾ ਨਹੀਂ ਬਣਨਗੇ ਤਾਂ ਲਾਜ਼ਮੀ ਤੌਰ ਤੇ ਜੇਕਰ ਪੁਰਾਣਿਆਂ ਬੰਦਿਆਂ ਨੂੰ ਅੱਗੇ ਲਿਆਉਣਗੇ ਤਾਂ ਉੱਥੇ ਵੀ ਜਿਹੜਾ ਹੈਗਾ ਮਾਤ ਖਾ ਸਕਦੇ ਆ। ਇਸੇ ਤਰ੍ਹਾਂ ਉੱਤਰਾਖੰਡ ਦੇ ਵਿੱਚ ਦੇਖੋਗੇ ਕਿ ਜਿੱਤੀ ਹੋਈ ਬਾਜ਼ੀ ਹਾਰ ਸਕਦੇ ਆ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਕਿ ਜੇਕਰ ਇਹ ਤਬਦੀਲੀ ਨਹੀਂ ਕਰਨਗੇ, ਜੇਕਰ ਚੇਂਜਸ ਨਹੀਂ ਲਿਆਉਣਗੇ ਤਾਂ ਲਾਜ਼ਮੀ ਤੌਰ ਤੇ ਜਿਹੜਾ ਹੈਗਾ ਇਹਦੇ ਵਿੱਚ ਬਹੁਤ ਵੱਡੀਆਂ ਹਾਰਾਂ ਦਾ ਸਾਹਮਣਾ ਕਾਂਗਰਸ ਨੂੰ ਕਰਨਾ ਪੈ ਸਕਦਾ ਹੈ, ਵੱਖ-ਵੱਖ ਸਟੇਟਾਂ ਦੇ ਵਿੱਚ ਵੀ ਔਰ ਨੈਸ਼ਨਲ ਲੈਵਲ ਤੇ ਵੀ। 24 ਦੇ ਵਿੱਚ ਵੀ ਜਿਹੜਾ ਹੈਗਾ ਇਹਦਾ ਅਸਰ ਤੁਹਾਨੂੰ ਇਸ ਲਈ ਦਿਖੇਗਾ ਕਿਉਂਕਿ ਵੱਡੇ ਫੈਸਲੇ ਇਸ ਵੇਲੇ ਲੈਣ ਦੀ ਜਿਹੜੀ ਹਿੰਮਤ ਹੋਣੀ ਚਾਹੀਦੀ ਹੈ ਲੀਡਰਸ਼ਿਪ ਦੇ ਵਿੱਚ, ਉਹ ਤੁਹਾਨੂੰ ਦਿਖਾਈ ਨਹੀਂ ਦੇ ਗਈ। ਨਾ ਉਹ ਸੋਨੀਆ ਵਿੱਚ ਹੈ, ਨਾ ਉਹ ਰਾਹੁਲ ਜੀ ਵੀ ਜਿਹੜੇ ਨੇ। ਰਾਹੁਲ ਜੀ ਨੂੰ ਕਿਉਂਕਿ ਮਜਬੂਰੀ ਆ, ਉਹਨਾਂ ਨੂੰ ਵੱਖ-ਵੱਖ ਲੀਡਰਾਂ ਨੇ ਘੇਰਿਆ ਹੋਇਆ ਕਿਉਂਕਿ ਉਹ ਪੁਰਾਣੇ ਲੀਡਰ ਨੇ, ਇਸ ਕਰਕੇ ਉਹਨਾਂ ਦੀ ਮੰਨਣੀ ਉਹਨਾਂ ਨੂੰ ਪੈਂਦੀ ਹੈ। ਇਸ ਕਰਕੇ ਤੁਸੀਂ ਦੇਖੋਗੇ ਕਿ ਜਿਹੜੀ ਇਹਨਾਂ ਦੀ ਜਿਹੜੀ ਪੁਰਾਣੀ ਲੀਡਰਸ਼ਿਪ ਦੀ ਜਿਹੜੀ ਛਾਪ ਹੈ, ਚਾਹੇ ਉਹ ਸੈਂਟਰਲ ਲੈਵਲ ਦੀ ਲੀਡਰਸ਼ਿਪ ਹੋਵੇ, ਚਾਹੇ ਸਟੇਟਾਂ ਦੀ ਲੀਡਰਸ਼ਿਪ ਹੋਵੇ, ਉਹ ਛਾਪ ਹਜੇ ਖਤਮ ਨਹੀਂ ਹੋ ਰਹੀ। ਜਿੰਨੀ ਦੇਰ ਉਹ ਖਤਮ ਨਹੀਂ ਹੋਏਗੀ ਉਨੀ ਦੇਰ ਤੁਸੀਂ ਦੇਖੋਗੇ ਕਿ ਵੱਖ-ਵੱਖ ਗਰੁੱਪਿਜ਼ਮ ਜਿਹੜਾ ਹੈਗਾ ਸਟੇਟਾਂ ਦੇ ਵਿੱਚ ਤੁਹਾਨੂੰ ਦਿਖਾਈ ਦੇਗਾ ਔਰ ਉਹਦਾ ਫਾਇਦਾ ਵਿਰੋਧੀ ਧਿਰਾਂ ਨੂੰ ਹੋਏਗਾ। ਖਾਸ ਤੌਰ ਤੇ ਜੇ ਆਪਾਂ 24 ਦੀ ਗੱਲ ਕਰਦੇ ਹਾਂ ਤਾਂ ਲਾਜ਼ਮੀ ਤੌਰ ਤੇ ਇਸ ਫੁੱਟ ਦਾ ਫਾਇਦਾ ਤੁਸੀਂ ਦੇਖੋਗੇ ਕਿ ਬੀਜੇਪੀ ਨੂੰ ਜਾਂ ਮੋਦੀ ਸਾਹਿਬ ਨੂੰ ਮਿਲ ਸਕਦਾ ਹੈ। ਇਸੇ ਲਈ ਉਹ ਬਹੁਤ ਆਸਾਨੀ ਦੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਵਿਰੋਧੀ ਧਿਰ ਤਾਂ ਹਜੇ ਹੈ ਨਹੀਂ, ਸੋ ਆਸਾਨੀ ਦੇ ਨਾਲ ਉਹ ਵੱਖ-ਵੱਖ ਕਾਨੂੰਨ ਲੈ ਕੇ ਆ ਰਹੇ ਨੇ, ਮਨਮਰਜ਼ੀਆਂ ਕਰ ਰਹੇ ਨੇ। ਮਹਿੰਗਾਈ ਦੇ ਉੱਤੇ ਜਿਵੇਂ ਉਹਨਾਂ ਦਾ ਦਿਲ ਕਰਦਾ ਹੈ, ਚਾਹੇ ਉਹ ਡੀਜ਼ਲ ਹੈ, ਪੈਟਰੋਲ ਹੈ, ਉਹਦੇ ਉੱਤੇ ਕੋਈ ਰੋਕ ਇਸ ਵੇਲੇ ਨਹੀਂ ਲੱਗ ਰਹੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵਿਰੋਧੀ ਧਿਰ ਬਿਲਕੁਲ ਖਤਮ ਹੋ ਚੁੱਕੀ ਹੈ ਹਿੰਦੁਸਤਾਨ ਦੇ ਵਿੱਚੋਂ। ਸੋ ਇਸ ਕਰਕੇ ਤੁਸੀਂ ਇਹਦਾ ਨਤੀਜਾ ਤੁਸੀਂ ਦੇਖ ਰਹੇ ਹੋ ਕਿ ਆਮ ਸਾਡੀਆਂ ਜ਼ਿੰਦਗੀਆਂ ਦੇ ਨਾਲ ਜਿਹੜਾ ਹੈਗਾ ਉਹ ਕਿਵੇਂ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ। ਉਹ ਇਸੇ ਕਰਕੇ ਨੇ ਕਿਉਂਕਿ ਮੋਦੀ ਸਾਹਿਬ ਨੂੰ ਜਾਂ ਬੀਜੇਪੀ ਨੂੰ ਕੋਈ ਵਿਰੋਧੀ ਧਿਰ ਇਸ ਵੇਲੇ ਨਜ਼ਰ ਨਹੀਂ ਆ ਰਹੀ ਜਿਹੜੀ ਉਹਨਾਂ ਦੇ ਨਾਲ ਕੋਈ ਦਸਤ ਪੰਜਾ ਲੈ ਸਕੇ, ਉਹਨਾਂ ਦਾ ਵਿਰੋਧ ਕਰ ਸਕੇ, ਉਹਨਾਂ ਦੀਆਂ ਪਾਲਿਸੀਆਂ ਦਾ ਵਿਰੋਧ ਕਰ ਸਕੇ, ਉਹਨਾਂ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਸਕੇ। ਇਸੇ ਕਰਕੇ ਹੈ ਕਿ ਇਹ 3 ਕਾਲੇ ਕਾਨੂੰਨ ਜਿਹੜੇ ਖੇਤੀਬਾੜੀ ਵਾਲੇ ਵੀ ਹੈ, ਉਹਨਾਂ ਨੂੰ ਲੋੜ ਹੀ ਮਹਿਸੂਸ ਨਹੀਂ ਹੋ ਰਹੀ ਕਿ ਅਸੀਂ ਇਹਨਾਂ ਨੂੰ ਵਾਪਸ ਲੈ ਲਾਂਗੇ ਕਿਉਂਕਿ ਪ੍ਰੈਸ਼ਰ ਜੇਕਰ ਨਾਲ ਰਲਦੇ, ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਕਾਂਗਰਸ ਨਾਲ ਸਾਡੇ ਕਿਸਾਨਾਂ ਦੇ ਖੜੀ ਹੈ ਤਾਂ ਲਾਜ਼ਮੀ ਤੌਰ ਤੇ ਇਹਦਾ ਵੱਖਰਾ ਅਸਰ ਹੋਣਾ ਸੀਗਾ। ਹੁਣ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਦੇ ਵਿੱਚ ਤੰਤ ਨਹੀਂ ਹੈ, ਦਮ ਨਹੀਂ ਹੈ, ਚਾਹੇ ਉਹ ਸਟੇਟਾਂ ਦੇ ਵਿੱਚ ਹੈ, ਚਾਹੇ ਉਹ ਨੈਸ਼ਨਲ ਲੈਵਲ ਦੀ ਕਾਂਗਰਸ ਹੈ। ਇਸ ਕਰਕੇ ਉਹਦਾ ਫਾਇਦਾ ਮੋਦੀ ਸਾਹਿਬ ਨੂੰ ਔਰ ਬੀਜੇਪੀ ਨੂੰ ਮਿਲ ਰਿਹਾ ਹੈ। ਸੁਖਵਿੰਦਰ ਜੀ, ਬਿਲਕੁਲ ਬਿਲਕੁਲ, ਕੁੱਲ ਮਿਲਾ ਕੇ ਕਾਂਗਰਸ ਦੇ ਵਿਚਾਲੇ ਜਿਹੜਾ ਕਾਟੋ ਕਲੇਸ਼ ਪਿਆ, ਭਾਵੇਂ ਉਹ ਨੈਸ਼ਨਲ ਪੋਲਿਟਿਕਸ ਤੱਕ ਜਾਂਦਾ ਆ, ਇਹਦਾ ਅਸਰ ਸਾਫ਼ ਦਿਖ ਰਿਹਾ ਕਿ ਜਦੋਂ ਤੱਕ ਠੀਕ ਹੈ ਤਜਰਬੇਕਾਰ ਲੀਡਰ ਜਿਹੜੇ ਨੇ ਉਹਨਾਂ ਨੂੰ ਅੱਗੇ ਰੱਖਣਾ ਚਾਹੀਦਾ, ਪਰ ਉਹ ਹੁਣ ਇੱਕ ਢੰਗ ਦੇ ਨਾਲ ਕਾਂਗਰਸ ਨੂੰ ਅੱਗੇ ਵਧਾਉਣ ਲਈ ਜੇ ਕੰਮ ਕਰਦੇ ਨੇ ਤਾਂ ਉਹਦੇ ਵਿੱਚ ਜਿਹੜੀ ਨੌਜਵਾਨ ਵਰਗ ਆ ਉਹਨੂੰ ਅਗਵਾਈ ਦੇਣ, ਤਾਂ ਹੀ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਏਗਾ ਕਿ ਇਸ ਪਾਰਟੀ ਦੇ ਵਿੱਚ ਜਿਹੜੀ ਆ ਉਹ ਨੌਜਵਾਨੀ ਲੀਡਰਸ਼ਿਪ ਦੀ ਕਦਰ ਹੈ, ਜਿਹੜੇ ਚਾਹੁੰਦੇ ਨੇ ਅੱਗੇ ਵੱਧ ਕੇ ਆਪੋ ਆਪਣੇ ਥਾਂ ਦੇ ਉੱਤੇ ਰਹਿ ਕੇ ਵਿਕਾਸ ਦੀ ਜਾਂ ਕਿਸੇ ਵੀ ਢੰਗ ਦੇ ਨਾਲ ਸੁਧਾਰ ਦੀ ਗੱਲ ਕਰਦੇ ਨੇ। ਜੇ ਇਸੇ ਤਰ੍ਹਾਂ ਹੁੰਦਾ ਰਿਹਾ
ਅਸੀਂ ਜਾਂ ਮਤਲਬ ਕਿ ਡਾਕਟਰ ਸਾਹਿਬ ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਅਸੀਂ ਕੈਪਟਨ ਸਾਹਿਬ ਦੇ ਹੱਕ 'ਚ ਆ ਜਾਂ ਸਿੱਧੂ ਸਾਹਿਬ ਦੇ ਹੱਕ 'ਚ ਆ ਬਿਲਕੁਲ ਜਾਂ ਹੱਕ 'ਚ ਆ ਜਾਂ ਮੋਦੀ ਸਾਹਿਬ ਦੇ ਹੱਕ 'ਚ ਆ। ਗੱਲ ਇਹ ਆ ਕਿ ਜਿਹੜੀ ਸੱਚੀ ਪੋਲਿਟਿਕਸ, ਸੱਚੀ ਸੁੱਚੀ ਪੋਲਿਟਿਕਸ ਜਿਹਨੂੰ ਕਹਿੰਦੇ ਨੇ, ਕਿ ਤੁਸੀਂ ਸਿਆਸਤ ਕਰੋ ਪਰ ਇਹ ਨਾ ਹੋਵੇ ਕਿ ਤੁਸੀਂ ਕਿਸੇ ਨੂੰ ਦਰੜ ਕੇ ਕਿਸੇ ਦੇ ਮਸਲੇ ਨੂੰ ਉਸ ਢੰਗ ਨਾਲ ਨਾ ਸਮਝੋ ਜਿਸ ਢੰਗ ਨਾਲ ਸਮਝਣਾ ਪੈਣਾ, ਭਾਵ ਕਿ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ। ਇਸ ਕਰਕੇ ਥੋੜਾ ਬਹੁਤਾ ਇਸ ਉੱਤੇ ਕਾਂਗਰਸ, ਭਾਵੇਂ ਕਿ ਉਹਨਾਂ ਕੋਲ ਵੱਡੇ ਸਿਆਸੀ ਵਾਰ ਨੇ, ਉਹ ਵੀ ਸੋਚਦੇ ਹੋਣੇ G23 ਵਾਲੇ ਜਦੋਂ ਕਹਿ ਰਹੇ ਨੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ, ਤਾਂ ਹੋਰ ਦੀ ਗੱਲ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਕਾਂਗਰਸ ਨੇ ਕਿਸੇ ਦੀ ਸੁਣਨੀ ਨਹੀਂ। ਪਾਰਟੀ ਦੇ ਅੰਦਰ ਕੀ ਹੁੰਦਾ। ਅਗਲੀ ਗੱਲ ਆਮ ਆਦਮੀ ਪਾਰਟੀ ਤੇ ਹੁਣ ਅਸੀਂ ਆਉਂਦੇ ਆ। ਡਾਕਟਰ ਸਾਹਿਬ ਕਿੱਦਾਂ ਦੇਖਦੇ ਹੋ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਦੇ ਵਿੱਚ ਲਿਆਂਦਾ ਜਾ ਰਿਹਾ? ਹਾਲੇ ਤੱਕ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਕਹਿੰਦੇ ਸੀ ਕਿ ਸਿੱਖ ਚਿਹਰਾ ਲੈ ਕੇ ਆਣਾ, ਉਹ ਆਮ ਆਦਮੀ ਪਾਰਟੀ ਨੂੰ ਲੱਭਿਆ ਨਹੀਂ। ਵਿਰੋਧਤਾ ਇਹ ਵੀ ਹੋ ਰਹੀ ਹੈ ਕਿ ਉੱਤਰਾਖੰਡ ਦੇ ਵਿੱਚ ਤੁਹਾਨੂੰ ਲੱਭ ਗਿਆ, ਉਧਰ ਇੰਨੀ ਕਾਹਲੀ ਕੀ ਹੈ? ਇੱਕ ਵੀ ਉੱਥੋਂ ਤੁਹਾਡਾ ਉੱਥੇ ਕੋਈ ਵੀ ਪਾਰਟੀ ਦਾ ਪੈਰ ਨਹੀਂ ਲੱਗਿਆ ਹੋਇਆ। ਪੰਜਾਬ ਦੇ ਵਿੱਚ ਤਾਂ ਪਾਰਟੀ ਪੂਰੇ ਆਪਣੇ ਬਲਬੂਤੇ ਤੇ ਦੂਜੇ ਨੰਬਰ ਤੇ ਬੈਠੀ ਹੈ। ਸੁਖਵਿੰਦਰ ਜੀ ਦੇਖੋ, ਜਿੱਥੋਂ ਤੱਕ ਭਗਵੰਤ ਮਾਨ ਹੋਰਾਂ ਦਾ ਸੰਬੰਧ ਹੈ, ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਆਪਾਂ ਨੂੰ ਲੱਗਦਾ ਹੈ ਕਿ ਜੇਕਰ ਉਹਨਾਂ ਨੇ ਐਲਾਨ ਕਰਨਾ ਤਾਂ ਜਲਦੀ ਕਰ ਦੇਣਾ ਚਾਹੀਦਾ। ਇਹ ਗੱਲ ਤੁਹਾਡੀ ਠੀਕ ਹੈ, ਪਰ ਪਾਰਟੀ ਦੇ ਕੁਝ ਕਾਇਦੇ ਕਾਨੂੰਨ ਹੁੰਦੇ ਨੇ, ਕੁਝ ਸਭਾ ਹੁੰਦਾ ਹੈ, ਉਹਨਾਂ ਨੇ ਮੀਟਿੰਗਾਂ ਕਰਨੀਆਂ ਨੇ ਔਰ ਸਾਰਾ ਉਹਨਾਂ ਨੇ ਦੇਖਣਾ ਵੀ ਹੈ ਕਿ ਕਦੋਂ ਜਿਹੜਾ ਹੈਗਾ ਕਿਸ ਚੀਜ਼, ਕਿਹੜੇ ਬੰਦੇ ਨੂੰ ਕਦੋਂ ਜੁਆਇਨ ਕਰਾਉਣਾ ਹੈ, ਕਦੋਂ ਅੱਗੇ ਲਾਉਣਾ, ਕਦੋਂ ਮੁੱਖ ਮੰਤਰੀ ਦਾ ਚਿਹਰਾ ਦੇਣਾ ਹੈ। ਇਹ ਇੱਕ ਪਾਲਿਸੀ ਦੇ ਆਧਾਰ ਤੇ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਇਹ ਪਾਰਟੀ ਦੇ ਵਿੱਚ ਇਦਾਂ ਨਹੀਂ, ਕਿਸੇ ਵੀ ਪਾਰਟੀ ਦੇ ਵਿੱਚ, ਮੈਂ ਇਕੱਲੇ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ। ਮੰਨ ਲਓ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ ਨੇ ਜਦੋਂ ਸਿੱਧੂ ਸਾਹਿਬ ਨੂੰ, ਨਵਜੋਤ ਸਿੱਧੂ ਹੋਰਾਂ ਨੂੰ ਪ੍ਰਧਾਨ ਬਣਾਇਆ ਸੀ ਤਾਂ ਘੱਟੋ ਘੱਟ 2-3 ਮਹੀਨੇ ਲੱਗੇ ਸੀਗੇ। ਤੁਹਾਨੂੰ ਯਾਦ ਹੋਏਗਾ ਕਿ ਪਹਿਲਾਂ ਮੀਟਿੰਗਾਂ ਤੇ ਮੀਟਿੰਗਾਂ ਚੱਲਦੀਆਂ ਰਹੀਆਂ ਔਰ ਖੜਗੇ ਕਮੇਟੀ ਬਣੀ, ਫਿਰ ਸੋਨੀਆ ਜੀ ਨਾਲ ਮੀਟਿੰਗਾਂ, ਫਿਰ ਰਾਹੁਲ ਜੀ ਨਾਲ ਮੀਟਿੰਗਾਂ, ਫਿਰ ਪ੍ਰਿੰਕਾ ਜੀ ਨਾਲ ਮੀਟਿੰਗਾਂ, ਕਿਤੇ ਹੌਲੀ ਹੌਲੀ ਜਾ ਕੇ ਜਿਹੜਾ ਸੀਗਾ ਇੱਕ ਸਹਿਮਤੀ ਨਜ਼ਰ ਆਈ ਸੀਗੀ। ਇਸੇ ਤਰ੍ਹਾਂ ਹਰ ਚੀਜ਼ ਦੇ ਵਿੱਚ ਤੁਸੀਂ ਦੇਖੋਗੇ ਕਿ ਪਾਰਟੀਆਂ ਦੇ ਵਿੱਚ ਜੇਕਰ ਕੋਈ ਇੱਕ ਬੰਦੇ ਨੂੰ, ਮੰਨ ਲਓ ਭਗਵੰਤ ਮਾਨ ਨੂੰ ਪਾਰਟੀ ਜਿਹੜੀ ਹੈਗੀ ਆ ਅੱਗੇ ਲਿਆਉਣਾ ਚਾਹੁੰਦੀ ਹੈ ਤਾਂ ਲਾਜ਼ਮੀ ਤੌਰ ਤੇ ਬਾਕੀ ਲੀਡਰਸ਼ਿਪ ਨਾਲ ਵੀ ਉਹਨਾਂ ਨੂੰ ਸਲਾਹ ਮਸ਼ਵਰਾ ਕਰਨਾ ਪਏਗਾ। ਕਿ ਇਹ ਤਾਂ ਹੈ ਨਹੀਂ ਕਿ ਕੇਜਰੀਵਾਲ ਨੇ ਕੋਈ ਡਿਕਟੇਟਰਸ਼ਿਪ ਦੇ ਰਾਹੀਂ ਕਿ ਇੱਕ ਬੰਦੇ ਨੂੰ ਉਹਨਾਂ ਨੂੰ ਪਸੰਦ ਹੈ ਤੇ ਉਹਨਾਂ ਨੇ ਐਲਾਨ ਕਰਵਾਤਾ। ਇਹ ਕਦੇ ਵੀ ਨਹੀਂ ਹੁੰਦਾ ਪਾਰਟੀ ਦੇ ਵਿੱਚ। ਤੁਹਾਨੂੰ ਥੱਲੋਂ ਜਿਹੜੀਆਂ ਆਵਾਜ਼ਾਂ ਆ ਰਹੀਆਂ ਨੇ, ਚਾਹੇ ਉਹ ਵਿਰੋਧ ਦੇ ਵਿੱਚ ਨੇ, ਚਾਹੇ ਭਗਵੰਤ ਮਾਨ ਜੀ ਦੇ ਪੱਖ ਦੇ ਵਿੱਚ ਨੇ, ਤੁਹਾਨੂੰ ਉਹ ਆਵਾਜ਼ਾਂ ਪਹਿਲਾਂ ਸੁਣਨੀਆਂ ਪੈਂਦੀਆਂ ਨੇ, ਫਿਰ ਉਹਨਾਂ ਦੀ ਜੱਜਮੈਂਟ ਤੁਹਾਨੂੰ ਲੈਣੀ ਪੈਂਦੀ ਹੈ। ਫਿਰ ਹੌਲੀ ਹੌਲੀ ਕਿਤੇ ਜਾ ਕੇ ਤੁਹਾਨੂੰ ਆਪਣੀਆਂ ਵੱਖ-ਵੱਖ ਕਮੇਟੀਆਂ ਜਿਹੜੀਆਂ ਬਣੀਆਂ ਹੁੰਦੀਆਂ ਨੇ ਹਰ ਪੱਧਰ ਦੇ ਉੱਤੇ, ਉਹਨਾਂ ਨਾਲ ਸਲਾਹ ਮਸ਼ਵਰਾ ਤੁਹਾਨੂੰ ਕਰਨਾ ਪੈਂਦਾ। ਫਿਰ ਕਿਤੇ ਜਾ ਕੇ ਜਿਹੜਾ ਹੈਗਾ ਇਦਾਂ ਦੀ ਨਿਯੁਕਤੀ ਜਿਹੜੀ ਹੈਗੀ, ਕੋਈ ਛੋਟੀ ਨਿਯੁਕਤੀ ਨਹੀਂ ਹੈ। ਆਪਾਂ ਕਹਿ ਸਕਦੇ ਹਾਂ ਸੁਖਵਿੰਦਰ ਜੀ ਕਿ ਕੋਈ ਤੁਸੀਂ ਕਿਸੇ ਨੂੰ MLA ਦੀ ਟਿਕਟ ਦਿਵਾਉਣੀ ਹੈ, ਉਹ ਤਾਂ ਹੋ ਸਕਦਾ ਕਿ ਰਾਤੋਂ ਰਾਤ ਜਿਹੜੀ ਹੈਗੀ ਟਿਕਟ ਦਵਾ ਦੇ। ਤੁਸੀਂ ਇੱਕ ਬਹੁਤ ਵੱਡਾ ਫੈਸਲਾ ਕਰਨਾ ਹੈ ਔਰ ਉਹ ਫੈਸਲਾ ਤੁਹਾਡਾ ਲੰਮੇ ਸਮੇਂ, ਸਾਲਾਂ ਤੱਕ ਉਹ ਚੱਲਣਾ ਹੈ। ਜੇਕਰ ਕੋਈ ਵੀ ਮਾੜਾ ਜਿਹਾ ਵੀ, ਛੋਟਾ ਜਿਹਾ ਵੀ ਫੈਸਲਾ ਗਲਤ ਹੋ ਗਿਆ ਤਾਂ ਉਹਦਾ ਵੱਡਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ, ਯਾਨੀ ਕਿ ਸਾਲਾਂ ਤੱਕ ਉਹਦਾ ਨੁਕਸਾਨ ਹੋ ਸਕਦਾ ਹੈ। ਸੋ ਇਸ ਕਰਕੇ ਇਦਾਂ ਦੇ ਜਿਹੜੇ ਫੈਸਲੇ ਲਏ ਜਾਂਦੇ ਆ, ਇਹ ਬਹੁਤ ਹੀ ਬਰੀਕੀ ਦੇ ਨਾਲ ਸੋਚ ਕੇ, ਸੋਚ ਸਮਝ ਕੇ, ਵੱਖ-ਵੱਖ ਪੱਧਰ ਦੇ ਉੱਤੇ ਮੀਟਿੰਗਾਂ ਕਰਕੇ, ਸਲਾਹ ਮਸ਼ਵਰੇ ਕਰਕੇ, ਉਸ ਤੋਂ ਬਾਅਦ ਕਿਤੇ ਜਾ ਕੇ ਇਹ ਗੱਲ ਸਾਹਮਣੇ ਆਉਂਦੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਜਾਂ ਕੋਈ ਵੀ ਪਾਰਟੀ ਜਦੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਦੀ ਹੈ ਤਾਂ ਉਹਦੇ ਨਾਲ ਜਿਹੜਾ ਹੈਗਾ ਸਮਾਂ ਜਿਹੜਾ ਹੈਗਾ ਜ਼ਰੂਰ ਲੱਗਦਾ ਹੈ। ਪਰ ਆਪਾਂ ਇਹ ਕਹਿ ਸਕਦੇ ਹਾਂ ਕਿਉਂਕਿ ਹਜੇ ਸਮਾਂ ਕਾਫੀ ਹੈ, ਹਜੇ ਲਗਭਗ 5-5.5 ਮਹੀਨੇ ਪਏ ਹੈ, ਤਾਂ ਲਾਜ਼ਮੀ ਤੌਰ ਤੇ ਜਦੋਂ ਵੀ ਮੁੱਖ ਮੰਤਰੀ ਦਾ ਚਿਹਰਾ ਨੇੜੇ ਜਾ ਕੇ ਹੀ ਲੋੜ ਪੈਂਦੀ ਹੈ। ਹਾਂ, ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਦਾ ਐਲਾਨ ਜਲਦੀ ਹੀ ਹੋ ਸਕਦਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਨੈਕਸਟ ਮੰਥ ਜਾਂ 15 ਜਾਂ 20 ਦਿਨ ਦੇ ਵਿੱਚ ਜਿਹੜਾ ਹੈਗਾ ਇਦਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਕਿਉਂਕਿ ਕੇਜਰੀਵਾਲ ਜੀ ਹੁਣ ਕੱਲ ਆ ਰਹੇ ਨੇ ਔਰ ਕੇਜਰੀਵਾਲ ਜੀ ਆ ਕੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਟਕਸਾਲੀ ਅਕਾਲੀ ਹੈ ਉਹਨਾਂ ਦੇ ਨਾਲ ਮਿਲਣ ਦੇ ਕਰਕੇ ਇਹ ਕਾਫੀ ਚੀਜ਼ਾਂ ਜਿਹੜੀਆਂ ਨੇ, ਖਾਸ ਤੌਰ ਤੇ ਜਿਹੜੀ ਮਾਝੇ ਦੀ ਸਿਆਸਤ ਹੈ, ਮਾਝੇ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਕਾਫੀ ਕਮਜ਼ੋਰ ਪਿਛਲੇ ਦਿਨਾਂ ਦੇ ਵਿੱਚ ਦਿਖਾਈ ਦਿੰਦੀ ਸੀਗੀ, ਖਾਸ ਤੌਰ ਤੇ ਗੁਰਦਾਸਪੁਰ ਏਰੀਏ ਦੇ ਵਿੱਚ ਔਰ ਅੰਮ੍ਰਿਤਸਰ ਸਾਹਿਬ ਏਰੀਏ ਦੇ ਵਿੱਚ। ਉਹਦਾ ਵੱਡਾ ਕਾਰਨ ਇਹ ਸੀਗਾ ਕਿ ਛੋਟੇ ਪੁਰਜੀ ਜਿਹੜੇ ਕਿ ਕਿਸੇ ਵੇਲੇ ਪ੍ਰਧਾਨ ਸੀਗੇ ਪਾਰਟੀ ਦੇ, ਉਹਨਾਂ ਨੇ ਜਦੋਂ ਪਾਰਟੀ ਛੱਡੀ ਜਾਂ ਉਹਨਾਂ ਨੂੰ ਕਿਵੇਂ ਨਾ ਕਿਵੇਂ ਦੋਸ਼ ਲਗਾ ਕੇ ਉਹ ਪਾਰਟੀ ਤੋਂ ਬਾਹਰ ਕੀਤਾ ਗਿਆ, ਉਸ ਤੋਂ ਬਾਅਦ ਉਹ ਮਾਝੇ ਦੇ ਏਰੀਏ ਦੇ ਵਿੱਚ ਕਾਫੀ ਨਿਰਾਸ਼ਾ ਪਾਈ ਗਈ। ਸੋ ਉਸ ਨਿਰਾਸ਼ਾ ਦੇ ਵਿੱਚੋਂ ਕੱਢਣ ਦੇ ਲਈ ਮੈਨੂੰ ਲੱਗਦਾ ਹੈ ਜਿਹੜੇ ਸੇਖਵਾਂ ਸਾਹਿਬ ਨੂੰ ਲਿਆਂਦਾ ਜਾ ਰਿਹਾ ਪਾਰਟੀ ਦੇ ਵਿੱਚ, ਇਹਦੇ ਨਾਲ ਕਾਫੀ ਜਿਹੜੀ ਹੈਗੀ ਹੈ ਪਾਰਟੀ ਨੂੰ ਬੂਸਟ ਮਿਲੇਗਾ ਔਰ ਉੱਥੋਂ ਦਾ ਜਿਹੜਾ ਖਾਸ ਤੌਰ ਤੇ ਸਿੱਖ ਵੋਟਰ ਹੈ
ਉਹ ਪਾਰਟੀ ਦੇ ਨਾਲ ਜੁੜੇਗਾ, ਸਿੰਪਥੀ ਰੱਖੇਗਾ ਔਰ ਕਾਫੀ ਫਾਇਦਾ ਹੋਣ ਦੀਆਂ ਸੰਭਾਵਨਾਵਾਂ ਮਾਝੇ ਦੇ ਵਿੱਚ ਪਾਰਟੀ ਨੂੰ ਸੇਖਵਾਂ ਜੀ ਦੇ ਆਉਣ ਨਾਲ ਹੋ ਸਕਦੀਆਂ ਨੇ। ਸੁਖਵਿੰਦਰ ਜੀ ਜੀ ਡਾਕਟਰ ਸਾਹਿਬ, ਮੈਂ ਇੱਥੇ ਸਵਾਲ ਕਰਨਾ ਸੀ ਕਿ ਜਦੋਂ ਜੀ ਸੇਖਵਾਂ ਸਾਹਿਬ ਨੂੰ ਪਾਰਟੀ 'ਚ ਸ਼ਾਮਲ ਕਰਾਉਣ ਦੇ ਲਈ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਗੁਰਦਾਸਪੁਰ ਦੇ ਵਿੱਚ ਮਿਲ ਸਕਦੇ ਨੇ, ਤਾਂ ਸੁੱਚਾ ਸਿੰਘ ਛੋਟੇਪੁਰ ਨੂੰ ਲੈ ਕੇ ਕਿਉਂ ਨਹੀਂ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੇ ਲਈ ਚਾਰਾਜੋਈ ਕਿਉਂ ਕੀਤੀ ਜਾ ਰਹੀ? ਭਗਵੰਤ ਮਾਨ ਹੁਣੀ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਮਿਲਦੇ ਰਹੇ ਨੇ, ਜਾ ਕੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਪਰ ਹੁਣ ਇਸ ਵਾਰ 2022 ਦੀ ਇਲੈਕਸ਼ਨ ਜਦੋਂ ਪਾਰਟੀ ਦੇ ਲਈ ਇੱਕ ਅਹਿਮ ਇਲੈਕਸ਼ਨ ਬਣੀ ਹੋਈ ਹੈ, ਤਾਂ ਉਹਦੇ ਵਿੱਚ ਜਦੋਂ ਬਾਕੀ ਪਾਰਟੀਆਂ ਦੇ ਜਿਹੜੇ ਬਾਹਰੀ ਚਿਹਰੇ ਨੇ ਉਹਨਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਤਾਂ ਸੁੱਚਾ ਸਿੰਘ ਛੋਟੇਪੁਰ ਉਹਨਾਂ ਨੂੰ ਕਿਉਂ ਵਾਪਸ ਜਿਹੜਾ ਇਹਦੇ ਵਿੱਚ ਸ਼ਾਮਲ ਕਰਨ ਦੇ ਲਈ ਕੇਜਰੀਵਾਲ ਸਾਹਿਬ ਅੱਗੇ ਨਹੀਂ ਵਧ ਰਹੇ? ਆਖਿਰਕਾਰ ਰੌਲਾ ਕਿੱਥੇ ਆ, ਕਿੱਥੇ ਗੱਲ ਅੜ ਜਾਂਦੀ ਹੈ ਜਾ ਕੇ? ਹਾਲਾਂਕਿ ਚਰਚਾਵਾਂ ਨੇ ਕਿ ਉਹਨਾਂ ਨੇ ਅਕਾਲੀ ਵਾਪਸੀ ਕਰਨੀ ਹੈ। ਬਿਲਕੁਲ ਬਿਲਕੁਲ ਇਹ ਸਹੀ ਚਰਚਾਵਾਂ ਨੇ। ਔਰ ਸੁਖਵਿੰਦਰ ਜੀ ਇੱਥੇ ਗੱਲ ਇਹ ਸਮਝਣ ਵਾਲੀ ਹੈ ਕਿ ਜਦੋਂ ਅਸੀਂ ਕਹਿੰਦੇ ਆ ਕਿ ਕੋਈ ਬੰਦਾ ਜਾਂ ਕੋਈ ਲੀਡਰ ਕਿਸੇ ਖਾਸ ਪਾਰਟੀ ਦੇ ਵਿੱਚ ਰਲ ਰਿਹਾ, ਜਾ ਰਿਹਾ, ਛੱਡ ਰਿਹਾ, ਆ ਰਿਹਾ, ਇਹਦੇ ਵਿੱਚ ਦੋਨਾਂ ਧਿਰਾਂ ਦੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੈ। ਜੇ ਆਪਾਂ ਕਹੀਏ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਖ-ਵੱਖ ਲੀਡਰ ਛੋਟੇਪੁਰ ਜੀ ਦੇ ਘਰ ਜਾ ਕੇ ਮਨਾਉਂਦੇ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਨੇ ਔਰ ਉਹਨਾਂ ਨੂੰ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ ਕਿ ਛੋਟੇਪੁਰ ਜੀ ਪਾਰਟੀ ਦੇ ਵਿੱਚ ਸ਼ਾਮਲ ਹੋਣ। ਪਰ ਦਿੱਕਤ ਕੀ ਹੈ ਕਿ ਦਿੱਕਤ ਇੱਕ ਸਾਈਡਡ ਹੋ, ਪਾਰਟੀ ਤਾਂ ਜ਼ਰੂਰ ਜਾ ਰਹੀ ਹੈ ਪਰ ਉਹਨਾਂ ਦਾ ਜਿਹੜਾ ਮਨ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਭਟਕਦਾ ਹੈ ਕਿ ਮੈਂ ਜੇ ਦੁਬਾਰਾ ਇਸ ਪਾਰਟੀ ਦੇ ਵਿੱਚ ਸ਼ਾਮਲ ਹੁੰਨਾ ਹਾਂ ਤਾਂ ਕਿਤੇ ਮੇਰਾ ਜਿਹੜਾ ਹੈਗਾ ਪੋਲੀਟੀਕਲ ਕੈਰੀਅਰ, ਮੈਨੂੰ ਜਿਹੜੇ ਆਪਣੇ ਮੇਰੇ ਖਾਸ ਤੌਰ ਤੇ ਮੇਰੇ ਆਪਣੇ ਵਲੰਟੀਅਰ ਨੇ ਜਾਂ ਬਹੁਤ ਨੇੜਲੇ ਸਾਥੀ ਨੇ, ਕਿਤੇ ਨਾ ਕਿਤੇ ਉਹ ਨਾਰਾਜ਼ ਤਾਂ ਨਹੀਂ ਹੋ ਜਾਣਗੇ ਕਿ ਤੁਸੀਂ ਦੁਬਾਰਾ ਫੇਰ ਉਸੇ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਹੋ। ਯਾਨੀ ਕਿ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਆਮਦ ਹੁੰਦੀ ਹੈ ਕਿਸੇ ਵੀ ਪਾਰਟੀ ਦੇ ਵਿੱਚ ਕਿਸੇ ਲੀਡਰ ਦੀ, ਤਾਂ ਇਹ ਇੱਕ ਪਾਸੜ ਨਹੀਂ ਹੁੰਦੀ। ਇਹ ਦੋਵੇਂ ਪਾਸਿਆਂ ਨੂੰ ਨਾਲ ਲੈ ਕੇ ਦੋਵੇਂ ਧਿਰਾਂ ਜਦੋਂ ਚਾਹੁੰਦੀਆਂ ਨੇ, ਇੱਕ ਧਿਰ ਜਿਹੜੀ ਹੈਗੀ ਆ ਉਹ ਲੈਣਾ ਚਾਹੁੰਦੀ ਹੋਵੇ, ਦੂਜੀ ਧਿਰ ਜਿਹੜੀ ਹੈਗੀ ਆ ਉਹ ਐਂਟਰ ਹੋਣਾ ਚਾਹੁੰਦੀ ਹੋਵੇ, ਜਦੋਂ ਦੋਨਾਂ ਦੀ ਇੱਕ ਸਹਿਮਤੀ ਬਣਦੀ ਆ, ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਤੁਸੀਂ ਸਹਿਮਤ ਹੁੰਦੇ ਹੋ, ਤਾਂ ਲਾਜ਼ਮੀ ਤੌਰ ਤੇ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ। ਪਰ ਛੋਟੇਪੁਰ ਜੀ ਦੇ ਕੇਸ ਦੇ ਵਿੱਚ ਤੁਸੀਂ ਦੇਖੋਗੇ ਕਿ ਵਨ ਸਾਈਡਡ ਹੈ। ਪਿਛਲੇ ਦਿਨਾਂ ਦੇ ਵਿੱਚ ਬੇਸ਼ੱਕ ਪਾਰਟੀ ਦਾ ਨੁਕਸਾਨ ਹੋਇਆ, ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਪਰ ਪਾਰਟੀ ਨੇ ਵੀ ਕੋਸ਼ਿਸ਼ਾਂ ਕੀਤੀਆਂ ਨੇ ਕਿ ਬਾਅਦ ਦੇ ਵਿੱਚ ਉਸ ਨੁਕਸਾਨ ਦੀ ਭਰਪਾਈ ਕੀਤੀ ਜਾਏ, ਛੋਟੇਪੁਰ ਜੀ ਨੂੰ ਲਿਆਂਦਾ ਜਾਏ। ਪਰ ਦੂਰੀਆਂ ਇੰਨੀਆਂ ਵੱਧ ਚੁੱਕੀਆਂ ਨੇ ਕਿ ਛੋਟੇਪੁਰ ਜੀ ਨੂੰ ਹੁਣ ਇਹ ਲੱਗ ਰਿਹਾ ਹੈ, ਮੇਰਾ ਖਿਆਲ ਹੈ ਕਿ ਮੈਂ ਜੇਕਰ ਦੁਬਾਰਾ ਇਸ ਪਾਰਟੀ ਦੇ ਵਿੱਚ ਜਾਵਾਂਗਾ ਤਾਂ ਮੈਂ ਔਰ ਮੇਰੀ ਜਿਹੜੀ ਛਵੀ ਹੈ ਔਰ ਮੇਰੇ ਵਲੰਟੀਅਰ ਸਾਹਿਬਾਨ ਨੇ, ਮੇਰੇ ਸਾਥੀ ਨੇ, ਉਹ ਕਿਤੇ ਨਾ ਕਿਤੇ ਨਾਰਾਜ਼ ਹੋ ਸਕਦੇ ਨੇ। ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਉਹ ਆਪਣੀ ਜਿਹੜੀ ਮਾਂ ਪਾਰਟੀ ਹੈ ਯਾਨੀ ਕਿ ਅਕਾਲੀ ਦਲ ਹੈ, ਉਹ ਜਿਵੇਂ ਉਹਦੇ ਵਿੱਚ ਘਰ ਵਾਪਸੀ ਉਹਨਾਂ ਦੀ ਹੋ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਕਿਉਂਕਿ ਡੈਮੋਕ੍ਰੇਸੀ ਹੈ, ਇਸ ਕਰਕੇ ਲੋਕਤੰਤਰ ਹੈ ਔਰ ਸਭ ਨੂੰ ਹੱਕ ਹੈ ਕਿ ਜਿਹੜੀ ਪਾਰਟੀ ਉਹਨਾਂ ਨੂੰ ਚੰਗੀ ਲੱਗਦੀ ਹੈ ਉਹਦੇ ਵਿੱਚ ਜਾਣਾ ਚਾਹੀਦਾ ਔਰ ਜਿੱਥੇ ਵੀ ਜਾਣਗੇ ਉਹ ਮੈਨੂੰ ਲੱਗਦਾ ਹੈ ਕਿ ਉਹਦੇ ਨਾਲ ਜਿਹੜੀ ਵੀ ਪਾਰਟੀ ਨੂੰ ਫਾਇਦਾ ਹੋਣ ਦੀਆਂ ਸੰਭਾਵਨਾਵਾਂ, ਕਿਉਂਕਿ ਇੱਕ ਚੰਗੇ ਲੀਡਰ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਇਮਾਨਦਾਰ ਔਰ ਚੰਗੇ ਲੀਡਰ ਦੇ ਤੌਰ ਤੇ ਉਹਨਾਂ ਨੂੰ ਹੁਣ ਤੱਕ ਜਾਣਿਆ ਜਾਂਦਾ। ਔਰ ਇਹੀ ਜੇ ਆਪਾਂ ਕਹੀਏ ਕਿ ਅਕਾਲੀ ਦਲ ਦੇ ਵਿੱਚ ਜਾ ਕੇ ਵੀ ਉਹ ਆਪਣਾ ਅਕਸ ਕਾਇਮ ਰੱਖਣਗੇ। ਸੁਖਿੰਦਰ ਜੀ ਬਿਲਕੁਲ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਕੈਪਟਨ ਸਿੱਧੂ ਹੋਣਾ ਦੇ ਰੌਲੇ ਦੇ ਵਿਚਾਲੇ ਪੰਜਾਬ ਦੀ ਦਿਸ਼ਾ ਜਿਹੜੀ ਆ ਉਹ ਕਿਹੜੇ ਪਾਸੇ ਨੂੰ ਜਾ ਰਹੀ ਹੈ, ਪੰਜਾਬ ਦਾ ਭਵਿੱਖ ਕਿਹੜੇ ਪਾਸੇ ਆ। ਦੂਜੇ ਪਾਸੇ ਕੇਜਰੀਵਾਲ ਸਾਹਿਬ ਅੱਜ ਜਿਹੜਾ ਸੇਵਾ ਸਿੰਘ ਸੇਖਵਾ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਦੇ ਲਈ ਆ ਰਹੇ ਨੇ। ਇਸ ਸਭ ਦੇ ਵਿਚਾਲੇ ਲੋਕ ਇਹਨਾਂ ਸਭ ਦੇ ਵੱਲ ਦੇਖ ਰਹੇ ਨੇ, ਸਾਰੀਆਂ ਸਿਆਸੀ ਪਾਰਟੀਆਂ, ਅਕਾਲੀ ਦਲ ਹੋ ਗਿਆ, ਬਸਪਾ ਹੋ ਗਈ, ਬੀਜੇਪੀ ਹੋ ਗਈ, ਕਿ ਆਖਿਰਕਾਰ ਇਹ ਪੰਜਾਬ ਲਈ ਕੀ ਕਰਨਗੇ। 2022 ਦਾ ਏਜੰਡਾ ਕੀ ਹੋਏਗਾ, ਇਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਕੀ ਹੋਏਗਾ। ਭਾਵੇਂ ਕਿ ਪਹਿਲਾਂ ਵਾਅਦੇ ਹੋ ਰਹੇ ਨੇ, ਗਰੰਟੀਆਂ ਦਿੱਤੀਆਂ ਜਾ ਰਹੀਆਂ, ਪਰ ਜ਼ਮੀਨੀ ਲੈਵਲ ਦੇ ਉੱਤੇ ਲੋਕ ਬਹੁਤ ਚੰਗੀ ਤਰ੍ਹਾਂ ਸ਼ਾਇਦ ਹੁਣ ਜਾਣ ਚੁੱਕੇ ਨੇ ਕਿ ਆਖਿਰਕਾਰ ਸਿਆਸੀ ਪਾਰਟੀਆਂ ਸ਼ਤਰੰਜੀ ਚਾਲ ਕਿਵੇਂ ਖੇਡਦੀਆਂ ਨੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।